23 ਸਤੰਬਰ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 23 ਸਤੰਬਰ ਦੇ ਇਤਿਹਾਸ ਬਾਰੇ। 23 ਸਤੰਬਰ 2009 ਨੂੰ ਭਾਰਤ ਨੇ ਇੱਕ ਮਿਸ਼ਨ ਤਹਿਤ 7 ਉਪਗ੍ਰਹਿ ਪੁਲਾੜ ਵਿੱਚ ਭੇਜ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਭਾਰਤੀ ਪੋਲਰ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ PSLV ਰਾਕੇਟ ਨੂੰ ਭਾਰਤੀ ਪੁਲਾੜ ਖੋਜ ਕੇਂਦਰ ਤੇ ਸ਼੍ਰੀ ਹਰੀਕੋਟਾ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ, ਜਿਸ ਵਿੱਚ ਇੱਕ ਭਾਰਤੀ ਉਪਗ੍ਰਹਿ ਓਸ਼ਨਸੈਟ 2 ਅਤੇ 6 ਹੋਰ ਵਿਦੇਸ਼ੀ ਨੈਨੋ ਸੈਟੇਲਾਈਟ ਸਨ। ਪੁਲਾੜ ਵਿੱਚ ਛੱਡੇ ਗਏ 6 ਵਿਦੇਸ਼ੀ ਉਪਗ੍ਰਹਿਾਂ ਵਿੱਚੋਂ 4 ਜਰਮਨੀ ਅਤੇ 1 ਸਵਿਟਜ਼ਰਲੈਂਡ ਅਤੇ ਤੁਰਕੀ ਤੋਂ ਸਨ। ਇਹ ਉਪਗ੍ਰਹਿ ਯੂਰਪੀ ਦੇਸ਼ਾਂ ਅਤੇ ਉਹਨਾਂ ਦੀਆਂ ਯੂਨੀਵਰਸਿਟੀਆਂ ਦੁਆਰਾ ਸਿੱਖਿਆ ਅਤੇ ਪ੍ਰਯੋਗਾਂ ਲਈ ਵਰਤੇ ਗਏ ਸਨ। ਓਸ਼ਨਸੈਟ 2 ਉਪਗ੍ਰਹਿ ਨੇ ਮੌਸਮ ਦੀ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਗਈ ਸੀ। ਭਾਰਤੀ ਮੌਸਮ ਵਿਭਾਗ ਨੂੰ ਇਸ ਸੈਟੇਲਾਈਟ ਤੋਂ ਕਾਫੀ ਮਦਦ ਮਿਲੀ। ਇਸ ਲਾਂਚ ਦੇ ਨਾਲ ਭਾਰਤ ਅਰਬ ਡਾਲਰ ਦੇ ਪੁਲਾੜ ਬਾਜ਼ਾਰ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਦੇ ਰੂਪ ਵਿੱਚ ਉੱਭਰਿਆ ਹੈ। PSLV ਦੇ ਇਸ ਮਿਸ਼ਨ ਵਿੱਚ ਰਾਕੇਟ ਦੀ ਉਚਾਈ 7 ਮੰਜ਼ਿਲਾ ਇਮਾਰਤ ਦੇ ਬਰਾਬਰ ਸੀ ਅਤੇ ਇਸ ਦਾ ਭਾਰ ਲਗਭਗ 230 ਟਨ ਸੀ। ਭਾਰਤ ਸਰਕਾਰ ਦੁਆਰਾ 23 ਸਤੰਬਰ 2018 ਨੂੰ ਆਯੁਸ਼ਮਾਨ ਭਾਰਤ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ। ਆਯੁਸ਼ਮਾਨ ਭਾਰਤ ਯੋਜਨਾ ਜਾਂ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਐਲਾਨ ਵਿੱਤ ਮੰਤਰੀ ਅਰੁਣ ਜੇਟਲੀ ਨੇ ਸਾਲ 2018 ਦੇ ਬਜਟ ਸੈਸ਼ਨ ਵਿੱਚ ਕੀਤਾ ਸੀ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਸਤੰਬਰ 2018 ਨੂੰ ਝਾਰਖੰਡ ਦੇ ਰਾਂਚੀ ਵਿੱਚ ਲਾਂਚ ਕੀਤਾ ਸੀ। ਆਯੁਸ਼ਮਾਨ ਭਾਰਤ ਯੋਜਨਾ ਸਰਕਾਰ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਦਾ ਮਕਸਦ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਨਾ ਹੈ। ਇਸ ਦੇ ਤਹਿਤ ਆਉਣ ਵਾਲੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਂਦਾ ਹੈ। ਭਾਰਤ ਸਰਕਾਰ ਦੀ ਇਹ ਸਿਹਤ ਯੋਜਨਾ ਸਾਲ 2018 ਵਿੱਚ ਅੱਜ ਦੇ ਦਿਨ ਪੂਰੇ ਭਾਰਤ ਵਿੱਚ ਲਾਗੂ ਕੀਤੀ ਗਈ ਸੀ। ਇਸ ਦਾ ਮਕਸਦ ਗਰੀਬ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਸਤੀਆਂ ਦਰਾਂ ਤੇ ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰਨਾ ਹੈ ਤਾਂ ਜੋ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਬਿਹਤਰ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਮੋਦੀ ਸਰਕਾਰ ਨੇ 11 ਸਤੰਬਰ 2024 ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਨਿਯਮਾਂ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ ਹੁਣ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਇਸ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਲਾਭ ਲੈ ਸਕਣ। 23 ਸਤੰਬਰ 1965 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ ਸੀ। ਇਹ ਜੰਗ 1965 ਵਿੱਚ ਰਨ ਆਫ ਕਚ 'ਚ ਪਾਕਿਸਤਾਨ ਵੱਲੋਂ ਹਮਲਾ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਭਾਰਤ ਅਜੇ ਵੀ 1962 ਦੀ ਜੰਗ ਵਿੱਚ ਚੀਨ ਖਿਲਾਫ ਹਾਰ ਤੋਂ ਉੱਭਰ ਰਿਹਾ ਸੀ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਸਨ। ਅਜਿਹੇ 'ਚ ਪਾਕਿਸਤਾਨ ਨੂੰ ਲੱਗਾ ਕਿ ਕਸ਼ਮੀਰ ਤੇ ਕਬਜ਼ਾ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ, ਪਰ ਇੱਥੇ ਪਾਕਿਸਤਾਨ ਨੇ ਵੱਡੀ ਗਲਤੀ ਕੀਤੀ। ਲਾਲ ਬਹਾਦਰ ਸ਼ਾਸਤਰੀ ਨੇ ਭਾਰਤੀ ਫੌਜ ਨੂੰ ਆਜ਼ਾਦ ਕਰ ਦਿੱਤਾ, ਜਿਸ ਤੋਂ ਬਾਅਦ ਫੌਜ ਨੇ ਪਾਕਿਸਤਾਨ ਦੇ ਸਿਆਲਕੋਟ, ਲਾਹੌਰ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਨੂੰ ਜਿੱਤ ਲਿਆ ਸੀ। ਭਾਰਤ ਜਿੱਤ ਵੱਲ ਵਧ ਰਿਹਾ ਸੀ, ਪਰ ਸੰਯੁਕਤ ਰਾਸ਼ਟਰ ਵੱਲੋਂ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਹ ਜੰਗ ਖਤਮ ਹੋ ਗਈ। ਇਸ ਦਿਨ ਦੋਵਾਂ ਦੇਸ਼ਾਂ ਦੀਆਂ ਤੋਪਾਂ ਅਤੇ ਬੰਦੂਕਾਂ ਨੇ ਗੋਲੀਬਾਰੀ ਕਰਨੀ ਬੰਦ ਕਰ ਦਿੱਤੀ। ਜੰਗ ਦੀ ਸਮਾਪਤੀ ਤੋਂ ਬਾਅਦ ਜਨਵਰੀ 1966 ਵਿੱਚ ਤਾਸ਼ਕੰਦ ਸਮਝੌਤਾ ਹੋਇਆ। ਇਸ ਦੇ ਮੁਤਾਬਿਕ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਇਲਾਕੇ ਵਾਪਸ ਕਰ ਦਿੱਤੇ। ਸਮਝੌਤੇ ਤੋਂ ਤੁਰੰਤ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਤਾਸ਼ਕੰਦ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਕਿਵੇਂ ਹੋਈ, ਇਹ ਅੱਜ ਵੀ ਇੱਕ ਸਵਾਲ ਬਣਿਆ ਹੋਇਆ ਹੈ। ਹਿੰਦੀ ਦੇ ਉੱਘੇ ਲੇਖਕ, ਕਵੀ ਅਤੇ ਨਿਬੰਧਕਾਰ ਰਾਮਧਾਰੀ ਸਿੰਘ ਦਿਨਕਰ ਦਾ ਜਨਮ 23 ਸਤੰਬਰ 1908 ਨੂੰ ਬਿਹਾਰ ਦੇ ਬੇਗੂਸਰਾਏ 'ਚ ਹੋਇਆ ਸੀ। ਉਹਨਾਂ ਨੂੰ ਆਦਿ ਯੁੱਗ ਦਾ ਸਰਵੋਤਮ ਨਾਇਕ ਕਵੀ ਮੰਨਿਆ ਜਾਂਦਾ ਹੈ। ਉਹਨਾਂ ਦੀ ਕਵਿਤਾ ਵਿੱਚ ਰਾਸ਼ਟਰਵਾਦ ਪ੍ਰਮੁੱਖਤਾ ਨਾਲ ਮਿਲਦਾ ਹੈ। ਦਿਨਕਰ ਨੇ ਪਟਨਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉੱਥੇ ਹੀ ਇੱਕ ਸਕੂਲ 'ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਦਿਨਕਰ ਬਾਗੀ ਕਵੀ ਵਜੋਂ ਜਾਣੇ ਜਾਂਦੇ ਸਨ। ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਰਾਸ਼ਟਰ ਕਵੀ ਦੀ ਉਪਾਧੀ ਦਿੱਤੀ ਗਈ। ਉਹਨਾਂ ਦੀਆਂ ਕਵਿਤਾਵਾਂ ਵਿੱਚ ਜੋਸ਼, ਵਿਦਰੋਹ ਅਤੇ ਇਨਕਲਾਬ ਵੇਖਣ ਨੂੰ ਮਿਲਦਾ ਹੈ। ਦਿਨਕਰ ਨੂੰ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਜ ਸਭਾ ਮੈਂਬਰ ਬਣਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮਧਾਰੀ ਸਿੰਘ ਦਿਨਕਰ ਦੇਸ਼ ਨੂੰ ਇੰਨਾ ਪਿਆਰ ਕਰਦੇ ਸਨ ਕਿ ਜਦੋਂ ਦੇਸ਼ ਦੀ ਗੱਲ ਆਉਂਦੀ ਸੀ ਤਾਂ ਉਹ ਕਵਿਤਾ ਰਾਹੀਂ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਹਿਰੂ ਨੂੰ ਉਹਨਾਂ ਦੀਆਂ ਗਲਤ ਨੀਤੀਆਂ ਲਈ ਨਿਸ਼ਾਨਾ ਸਾਧਦੇ ਸਨ। ਦਿਨਕਰ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ ਪੁਸਤਕ ਸੰਸਕ੍ਰਿਤੀ ਕੇ 4 ਅਧਿਆਇ ਲਈ ਸਾਹਿਤ ਅਕਾਦਮੀ ਪੁਰਸਕਾਰ ਅਤੇ ਉਰਵਸ਼ੀ ਲਈ ਭਾਰਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਆਜ਼ਾਦ ਰਾਜ ਜੰਮੂ ਅਤੇ ਕਸ਼ਮੀਰ ਨੂੰ ਭਾਰਤ 'ਚ ਮਿਲਾਉਣ ਦਾ ਇਤਿਹਾਸਕ ਫੈਸਲਾ ਲੈਣ ਵਾਲੇ ਜੰਮੂ ਅਤੇ ਕਸ਼ਮੀਰ ਦੇ ਤਤਕਾਲੀ ਮਹਾਰਾਜ ਹਰੀ ਸਿੰਘ ਦਾ ਜਨਮ 23 ਸਤੰਬਰ 1895 ਨੂੰ ਹੋਇਆ ਸੀ। ਆਪਣੀ ਬਹਾਦਰੀ ਅਤੇ ਬੁੱਧੀ ਦੇ ਆਧਾਰ ਤੇ ਹਰੀ ਸਿੰਘ ਨੂੰ ਸਿਰਫ 20 ਸਾਲਾਂ ਵਿੱਚ ਜੰਮੂ ਕਸ਼ਮੀਰ ਦੀ ਰਿਆਸਤ ਦਾ ਮੁੱਖ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ। ਮਹਾਰਾਜਾ ਪ੍ਰਤਾਪ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੂੰ 1925 ਵਿੱਚ ਜੰਮੂ ਅਤੇ ਕਸ਼ਮੀਰ ਦੀ ਰਿਆਸਤ ਦਾ ਰਾਜਾ ਬਣਾਇਆ ਗਿਆ ਸੀ। ਹਰੀ ਸਿੰਘ ਇੱਕ ਹਿੰਦੂ ਰਾਜਾ ਸੀ ਜੋ ਮੁਸਲਿਮ ਬਹੁਗਿਣਤੀ ਆਬਾਦੀ ਤੇ ਰਾਜ ਕਰਦੇ ਸਨ। ਡੋਗਰਾ ਕਬੀਲੇ ਦੇ ਜੰਮੂ 'ਚ 100 ਸਾਲਾਂ ਤੋਂ ਵੱਧ ਦਾ ਇਤਿਹਾਸ ਸੀ।
ਮਹਾਰਾਜਾ ਗੁਲਾਬ ਸਿੰਘ ਦੇ 1822 ਵਿੱਚ ਗੱਦੀ ਤੇ ਬੈਠਣ ਤੋਂ ਸਮੇਂ ਤੋਂ ਇੱਥੇ 4 ਡੋਗਰਾ ਵੰਸ਼ ਦੇ ਰਾਜਾ ਰਾਜ ਕਰਦੇ ਸਨ। ਇਹਨਾਂ ਵਿੱਚੋਂ ਪਹਿਲੇ ਮਹਾਰਾਜ ਗੁਲਾਬ ਸਿੰਘ ਸਨ ਅਤੇ ਆਖਰੀ ਮਹਾਰਾਜਾ ਹਰੀ ਸਿੰਘ ਸਨ। ਆਪਣੇ ਤਾਜਪੋਸ਼ੀ ਤੋਂ ਬਾਅਦ ਹਰੀ ਸਿੰਘ ਨੇ ਕਈ ਅਜਿਹੇ ਐਲਾਨ ਕੀਤੇ ਜਿਨ੍ਹਾਂ ਨੂੰ ਕ੍ਰਾਂਤੀਕਾਰੀ ਕਿਹਾ ਜਾਂਦਾ ਹੈ। ਇਹਨਾਂ ਐਲਾਨਾਂ ਵਿੱਚੋਂ ਤਕਨੀਕੀ ਸਿੱਖਿਆ ਦਾ ਪ੍ਰਸਾਰ, ਸ਼੍ਰੀਨਗਰ ਵਿੱਚ ਹਸਪਤਾਲ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੱਚਿਆਂ ਦਾ ਟੀਕਾਕਰਨ ਵਰਗੇ ਵਾਅਦੇ ਸ਼ਾਮਿਲ ਸਨ। ਇਸ ਦੇ ਨਾਲ ਹੀ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਉਹਨਾਂ ਨੇ ਖੇਤੀ ਰਾਹਤ ਐਕਟ ਬਣਾਇਆ, ਜਿਸ ਨਾਲ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੰਗੁਲ ਤੋਂ ਮੁਕਤ ਕੀਤਾ ਗਿਆ। ਪਰ ਸਭ ਤੋਂ ਕ੍ਰਾਂਤੀਕਾਰੀ ਐਲਾਨ ਉਹਨਾਂ ਨੇ ਅਕਤੂਬਰ 1932 ਵਿੱਚ ਕੀਤਾ ਸੀ, ਜਦੋਂ ਰਾਜ ਦੇ ਸਾਰੇ ਮੰਦਰ ਦਲਿਤਾਂ ਲਈ ਖੋਲ੍ਹ ਦਿੱਤੇ ਗਏ ਸਨ। ਹਰੀ ਸਿੰਘ ਦਾ ਇਹ ਐਲਾਨ ਗਾਂਧੀ ਦੇ ਛੂਤ-ਛਾਤ ਵਿਰੋਧੀ ਅੰਦੋਲਨ ਤੋਂ ਪਹਿਲਾਂ ਹੀ ਹੋਇਆ ਸੀ। 1947 ਵਿੱਚ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਭਾਰਤ ਦੇ ਨਾਲ ਰਲੇਵੇਂ ਦੇ ਸਮਝੌਤੇ ਤੇ ਦਸਤਖਤ ਕੀਤੇ। ਮੈਰੀ ਮਾਲੋਨ ਦਾ ਜਨਮ 23 ਸਤੰਬਰ 1869 ਨੂੰ ਉੱਤਰੀ ਆਇਰਲੈਂਡ ਵਿੱਚ ਹੋਇਆ ਸੀ। ਉਹ ਦੁਨੀਆ ਦੀ ਪਹਿਲੀ ਮਹਿਲਾ ਸੀ ਜਿਸ ਨੂੰ ਜ਼ਬਰਦਸਤੀ ਕੁਆਰੰਟਾਈਨ ਕੀਤਾ ਗਿਆ ਸੀ। 1900 ਤੋਂ 1907 ਤੱਕ ਮੈਰੀ ਨੇ ਨਿਊਯਾਰਕ ਦੇ 8 ਪਰਿਵਾਰਾਂ ਲਈ ਨੌਕਰਾਨੀ ਵਜੋਂ ਕੰਮ ਕੀਤਾ ਸੀ। ਪਰ ਅਜੀਬ ਗੱਲ ਇਹ ਸੀ ਕਿ ਇਹਨਾਂ ਵਿੱਚੋਂ 7 ਪਰਿਵਾਰਾਂ ਵਿੱਚ ਟਾਈਫਾਇਡ ਨਾਂ ਦੀ ਬਿਮਾਰੀ ਫੈਲ ਗਈ। ਇਸ ਤੋਂ ਬਾਅਦ ਇੱਕ ਅਮਰੀਕੀ ਜਾਸੂਸ ਜੌਰਜ ਸੋਪਰ ਨੂੰ ਟਾਈਫਾਇਡ ਦੀ ਬਿਮਾਰੀ ਫੈਲਣ ਦੇ ਸਰੋਤ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ। ਜਾਂਚ ਤੋਂ ਬਾਅਦ ਜੌਰਜ ਸੋਪਰ ਨੇ ਦੱਸਿਆ ਕਿ ਪਰਿਵਾਰ ਨੇ ਟਾਈਫਾਇਡ ਫੈਲਣ ਤੋਂ 3 ਹਫ਼ਤੇ ਪਹਿਲਾਂ ਮੈਰੀ ਨੂੰ ਨੌਕਰੀ ਤੇ ਰੱਖਿਆ ਸੀ ਅਤੇ ਬਿਮਾਰੀ ਫੈਲਣ ਤੋਂ 3 ਹਫ਼ਤੇ ਬਾਅਦ ਮੈਰੀ ਉੱਥੋਂ ਚਲੀ ਗਈ ਸੀ। ਇਸ ਤੋਂ ਬਾਅਦ ਨਿਊਯਾਰਕ ਦੇ ਸਿਹਤ ਵਿਭਾਗ ਨੇ ਮੈਰੀ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਜਦੋਂ ਮੈਰੀ ਦੇ ਨਮੂਨਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਦੇ ਪਿੱਤੇ ਵਿੱਚ ਟਾਈਫਾਇਡ ਬੈਕਟੀਰੀਆ ਸੀ। ਇਸ ਤੋਂ ਬਾਅਦ 19 ਮਾਰਚ 1907 ਨੂੰ ਮੈਰੀ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਲਗਭਗ 3 ਸਾਲ ਕੁਆਰੰਟਾਈਨ ਵਿੱਚ ਰਹਿਣ ਤੋਂ ਬਾਅਦ ਮੈਰੀ ਨੂੰ 1910 ਵਿੱਚ ਕੁਆਰੰਟਾਈਨ ਸੈਂਟਰ ਤੋਂ ਰਿਹਾ ਕੀਤਾ ਗਿਆ ਸੀ। ਉਹਨਾਂ ਨੂੰ ਇਸ ਸ਼ਰਤ ਤੇ ਰਿਹਾ ਕੀਤਾ ਗਿਆ ਕਿ ਉਹ ਨੌਕਰਾਨੀ ਵਜੋਂ ਕੰਮ ਨਹੀਂ ਕਰੇਗੀ। 1915 ਵਿੱਚ ਮੈਰੀ ਨੇ ਨਿਊਯਾਰਕ ਵਿੱਚ ਇੱਕ ਮਹਿਲਾ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਤੋਂ ਬਾਅਦ ਉੱਥੇ 25 ਮਰੀਜ਼ ਟਾਈਫਾਇਡ ਨਾਲ ਸੰਕਰਮਿਤ ਹੋ ਗਏ। ਇਸ ਤੋਂ ਬਾਅਦ ਮੈਰੀ ਨੂੰ ਦੁਬਾਰਾ ਹਸਪਤਾਲ ਵਿੱਚ ਕੁਆਰੰਟਾਈਨ ਕੀਤਾ ਗਿਆ। ਆਪਣੀ ਮੌਤ ਤੋਂ 6 ਸਾਲ ਪਹਿਲਾਂ ਮੈਰੀ ਨੂੰ ਅਧਰੰਗ ਹੋ ਗਿਆ। 11 ਨਵੰਬਰ 1938 ਨੂੰ ਮੈਰੀ ਦੀ ਕੁਆਰੰਟਾਈਨ ਸੈਂਟਰ ਵਿੱਚ ਨਿਮੋਨੀਆ ਕਾਰਨ ਮੌਤ ਹੋ ਗਈ ਸੀ। 23 ਸਤੰਬਰ 1918 ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਹਾਈਫਾ ਦੀ ਲੜਾਈ ਹੋਈ ਸੀ। ਬ੍ਰਿਟਿਸ਼ ਆਰਮੀ ਦੇ ਭਾਰਤੀ ਸਿਪਾਹੀਆਂ ਨੇ ਓਟੋਮਨ ਸਾਮਰਾਜ ਅਤੇ ਉਹਨਾਂ ਦੇ ਜਰਮਨ ਸਹਿਯੋਗੀਆਂ ਦੀਆਂ ਫੌਜਾਂ ਨੂੰ ਹਰਾਇਆ ਸੀ। ਇਹ ਲੜਾਈ ਪਹਿਲੇ ਵਿਸ਼ਵ ਯੁੱਧ ਦੇ ਸਿਨਾਈ ਅਤੇ ਫਿਲਿਸਤੀਨ ਮੁਹਿੰਮ ਦੌਰਾਨ ਲੜੀਆਂ ਗਈਆਂ ਲੜਾਈਆਂ ਵਿੱਚੋਂ ਇੱਕ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਇਜ਼ਰਾਈਲ ਦਾ ਇੱਕ ਵੱਡਾ ਸ਼ਹਿਰ ਹਾਈਫਾ ਹੈ, ਜਿਸ ਨੂੰ ਤੁਰਕਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਵਿੱਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ। ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੀ ਆਜ਼ਾਦੀ ਦਾ ਰਸਤਾ ਹਾਈਫਾ ਦੀ ਲੜਾਈ ਤੋਂ ਹੋ ਕੇ ਲੰਘਦਾ ਹੈ। ਇਸ ਲੜਾਈ ਵਿੱਚ ਭਾਰਤੀ ਸੈਨਿਕਾਂ ਨੇ ਬਰਛੀਆਂ, ਤਲਵਾਰਾਂ ਅਤੇ ਘੋੜਿਆਂ ਦੀ ਮਦਦ ਨਾਲ ਮਸ਼ੀਨ ਗਨਾਂ ਨਾਲ ਲੈਸ ਜਰਮਨ ਤੁਰਕੀ ਫੌਜ ਨੂੰ ਮਾਤ ਦਿੱਤੀ ਸੀ। ਇਸ ਜੰਗ ਵਿੱਚ 44 ਭਾਰਤੀ ਜਵਾਨ ਸ਼ਹੀਦ ਹੋਏ ਸਨ। ਹਾਈਫਾ 23 ਸਤੰਬਰ ਨੂੰ ਹੀ ਆਜ਼ਾਦ ਹੋਏ ਸੀ। ਇਸ ਯੁੱਧ ਨੇ 400 ਸਾਲ ਪੁਰਾਣੇ ਓਟੋਮਨ ਸਾਮਰਾਜ ਦਾ ਅੰਤ ਕਰ ਦਿੱਤਾ। ਇਸ ਲਈ ਇਸ ਦਿਨ ਨੂੰ ਹਾਈਫਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਨਿਕਾਂ ਦੇ ਸਨਮਾਨ ਵਿੱਚ ਇਸ ਚੌਂਕ ਦੇ ਵਿਚਕਾਰ 3 ਦਿਸ਼ਾਵਾਂ ਵਿੱਚ 3 ਸੈਨਿਕਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ। ਇਹ ਚੌਂਕ ਦਿੱਲੀ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਅਜਾਇਬ ਘਰ ਦੇ ਸਾਹਮਣੇ ਹੈ।